ਹੁਣ ਬਾਦਲ ਪਰਿਵਾਰ ਵੱਲ ਵੀ ਵਿਜੀਲੈਂਸ ਦਾ ਸਕੰਜਾ ਵਧਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਸੋਮਵਾਰ ਦੇ ਲਈ ਬਾਦਲ ਪਰਿਵਾਰ ਦੇ ਇੱਕ ਵਿਅਕਤੀ ਨੂੰ ਤਲਬ ਕੀਤਾ ਗਿਆ ਹੈ। ਕਿਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਤੇ ਤਲਬ ਕੀਤਾ ਕਿਸ ਨੂੰ ਗਿਆ ਹੈ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਦੂਸਰੇ ਪਾਸੇ ਗੱਲ ਕਰਾਂਗੇ ਸੀਐਮ ਮਾਨ ਦੀ, ਕਿਉਂਕਿ ਹੁਣ ਵਿਰੋਧੀਆਂ ਤੋਂ ਇਲਾਵਾ ਮਾਨ ਸਰਕਾਰ ਦੇ ਮੰਤਰੀ ਹੀ ਸੀਐਮ ਮਾਨ ਦੇ ਵੱਡੇ ਵੱਡੇ ਦਾਅਵਿਆਂ ਦੀ ਹਵਾ ਕੱਢਦੇ ਹੋਏ ਨਜ਼ਰ ਦਿਖਾਉਂਦੇ ਨੇ, ਜਾਂ ਕਹੀਏ ਪੋਲ ਖੋਲਦੇ ਹੋਏ ਨਜ਼ਰ ਆਉਂਦੇ ਨੇ। ਕਿਸ ਮੰਤਰੀ ਦੇ ਵੱਲੋਂ ਮਾਨ ਸਾਹਿਬ ਦੇ ਕਿਸ ਦਾਅਵੇ ਦੀ ਪੋਲ ਖੋਲੀ ਗਈ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਮ ਰਹੀਮ ਦੀ, ਕਿਉਂਕਿ ਰਾਮ ਰਹੀਮ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿੱਖ ਜਗਤ ਦੇ ਵਿੱਚ ਵੱਡਾ ਰੋਸ ਪਾਇਆ ਗਿਆ ਹੈ। ਜਥੇਦਾਰ ਸਾਹਿਬ ਵੱਲੋਂ ਇੱਕ ਵੱਡਾ ਬਿਆਨ ਰਾਮ ਰਹੀਮ ਦੇ ਲਈ ਆਇਆ। ਕੀ ਬਿਆਨ ਆਇਆ ਤੇ ਕਿਸ ਕਾਰਨ ਹੁਣ ਰਾਮ ਰਹੀਮ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਲਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲ ਸਰ ਕਾਂਗਰਸੀਆਂ ਦੀ ਕਰੀਏ ਤਾਂ ਲਗਾਤਾਰ ਵਿਜੀਲੈਂਸ ਦੇ ਨਿਸ਼ਾਨੇ ਦੇ ਉੱਪਰ ਸੀ। ਕਾਂਗਰਸ ਕਹਿ ਰਹੀ ਸੀ ਪੋਲੀਟੀਕਲ ਵੈਂਡੇਟਾ, ਅੱਜ ਤੱਕ ਇਹ ਗੱਲ ਚੱਲਦੀ ਆ ਰਹੀ ਹੈ। ਅੱਜ ਵੀ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਸਾਡੇ ਮੰਤਰੀਆਂ ਨੂੰ ਨਜਾਇਜ਼ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ। ਲੇਕਿਨ ਹੁਣ ਦੂਸਰੇ ਪਾਸੇ ਬਾਦਲ ਪਰਿਵਾਰ ਜੋ ਕਿ ਅਛੂਤਾ ਸੀਗਾ ਵਿਜੀਲੈਂਸ ਤੋਂ, ਉਸ ਦੇ ਉੱਪਰ ਵੀ ਹੁਣ ਸਕੰਜਾ ਕੱਸਣਾ ਸ਼ੁਰੂ ਹੋਇਆ ਹੈ, ਕਿਉਂਕਿ ਸਾਬਕਾ ਖਜ਼ਾਨਾ ਮੰਤਰੀ ਕਾਂਗਰਸ ਦੇ ਵਿੱਚ ਦੇ ਜੋ ਕਿ ਹੁਣ ਬੀਜੇਪੀ 'ਚ ਨੇ, ਮਨਪ੍ਰੀਤ ਸਿੰਘ ਬਾਦਲ ਪਰਿਵਾਰ ਦੇ ਵੱਲ, ਬਾਦਲ ਸਾਹਿਬ ਦੇ ਵੱਲ ਹੁਣ ਇੱਕ ਚਿੱਠੀ ਭੇਜ ਦਿੱਤੀ ਗਈ ਹੈ, ਇੱਕ ਰੁਕਾ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਤਲਬ ਕੀਤਾ ਗਿਆ, ਸੋਮਵਾਰ ਦੇ ਲਈ ਤਲਬ ਕੀਤਾ ਗਿਆ। ਕਿਸ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ, ਪੂਰਾ ਮਾਮਲਾ ਕੀ ਹੈ? ਲਖਵਿੰਦਰ ਜੀ, ਤੁਸੀਂ ਮੈਨੂੰ ਲਿਖ ਤਾਂ ਦਿੰਦੇ ਹੋ ਕਿ ਸਿਆਸੀ ਮਾਹਰ ਜਾਂ ਪੋਲੀਟੀਕਲ ਐਨਾਲਿਸਟ, ਮੈਨੂੰ ਐਂ ਲੱਗਦਾ ਹੈ ਵੀ ਮੇਰੀ ਮਹਾਰਤ ਘਟਦੀ ਜਾਂਦੀ ਹੈ। ਮੈਨੂੰ ਤਾਂ ਯਾਦ ਕਰਨਾ ਔਖਾ ਹੋ ਰਿਹਾ ਵੀ ਮਨਪ੍ਰੀਤ ਬਾਦਲ ਹੁਣ ਕਿਹੜੀ ਪਾਰਟੀ 'ਚ ਨੇ। ਪਹਿਲਾਂ ਅਕਾਲੀ ਦਲ ਦੇ ਵਿੱਚ ਸੀ, ਉਦੋਂ ਖਜ਼ਾਨਾ ਮੰਤਰੀ ਸੀ, ਫਿਰ ਉਹਨਾਂ ਨੇ ਆਪਣੀ ਪੰਜਾਬ ਪੀਪਲਸ ਪਾਰਟੀ ਬਣਾ ਲਈ, ਫਿਰ ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ। ਹੁਣ ਪਤਾ ਨਹੀਂ ਆਮ ਆਦਮੀ ਪਾਰਟੀ ਵਾਲੇ, ਮੇਰਾ ਖਿਆਲ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਘੇਰ ਘੂਰ ਕੇ ਲਿਆਉਣਾ ਚਾਹੁੰਦੇ ਨੇ, ਕਿਉਂਕਿ ਖਜ਼ਾਨਾ ਮੰਤਰੀ ਉਹ ਬੜੇ ਵਧੀਆ ਸੀ। ਸ਼ਾਇਦ ਇਹਨਾਂ ਨੂੰ ਉਹਦੀਆਂ ਸੇਵਾਵਾਂ ਦੀ ਲੋੜ ਨਾ ਹੋਵੇ ਕਿਤੇ। ਸੋ ਇੱਕ ਪੁਰਾਣਾ ਇਸ਼ੂ ਹੈ ਜਿਹੜਾ ਚੱਕਿਆ ਗਿਆ ਹੈ, ਉਹ ਸਰੂਪ ਚੰਦ ਸਿੰਗਲਾ ਜੀ ਉਹਦੇ 'ਚ ਕੰਪਲੇਨੈਂਟ ਸੀ, ਉਹ ਵੀ ਬੀਜੇਪੀ 'ਚ ਹੀ ਨੇ, ਇਕੱਠੇ ਇੱਕ ਪਾਰਟੀ 'ਚ ਹੀ ਨੇ। ਦਿਲਚਸਪ ਗੱਲ ਇਹ ਦੇਖੋ ਕਿ ਮਹਾਰਤ ਸਾਡੀ ਕੀ ਕਰੂਗੀ ਉੱਥੇ। ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੋਈ ਸੀਗੀ ਕਿ ਲੈਂਡ ਦਾ ਯੂਜ਼ ਹੈ ਜਿਹੜਾ ਉਹ ਬਦਲ ਲਿਆ ਸੀ, ਇਹਨਾਂ ਨੇ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਬਣਾ ਕੇ ਉਹ 'ਚ ਘਰ ਪਾ ਲਿਆ ਆਪਣਾ। ਸੋ ਉਹ ਸ਼ਿਕਾਇਤ ਨੂੰ ਚੱਕ ਕੇ ਵਿਜੀਲੈਂਸ ਨੇ ਉਹਨਾਂ ਨੂੰ ਬੁਲਾਇਆ। ਦੇਖੋ ਹੁਣ ਇਹ ਪਿਆਰ ਲਈ ਬੁਲਾਇਆ ਜਾਂ ਗੱਲਬਾਤ ਕਰਨ ਲਈ ਬੁਲਾਇਆ ਜਾਂ ਬਦਨਾਮੀ ਕਰਨ ਲਈ ਬੁਲਾਇਆ, ਕਿਉਂਕਿ ਉਹ ਮੇਰਾ ਖਿਆਲ ਹੈ ਵੀ ਬੀਜੇਪੀ ਦਾ ਹਿੱਸਾ ਨੇ। ਬੀਜੇਪੀ ਵਾਲੇ ਜਿੰਨੇ ਵੀ ਬੰਦਿਆਂ ਨੂੰ ਅੱਜ ਤੱਕ ਮਾੜਾ ਮੋਟਾ ਹੱਥ ਲਾਇਆ, ਸਿਰਫ ਇੱਕ ਨੂੰ ਛੱਡ ਕੇ, ਤੁਹਾਨੂੰ ਯਾਦ ਹੋਣਾ ਵੀ ਉੱਥੇ ਸਿੱਧੂ ਸਾਹਿਬ ਨੂੰ ਵੀ ਮੋਹਾਲੀ ਵਾਲਿਆਂ ਨੂੰ ਬੁਲਾਇਆ ਸੀ, ਮੁੜ ਕੇ ਠੰਡੇ ਬਸਤੇ 'ਚ ਪੈ ਗਈ ਸੀ ਉਹ ਗੱਲ ਜੀ। ਤੇ ਇਹ ਹੋ ਸਕਦਾ ਹੈ ਕਿ ਇਹ ਛੋਟਾ ਮੋਟਾ ਹੀ ਕੋਈ ਐਵੇਂ ਪੁਰਾਣਾ ਕੇਸ ਹੋਵੇ, ਉਹਨੂੰ ਡਿਸਪੋਜ਼ ਆਫ ਕਰਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਣ ਤਾਂ ਕੁਝ ਹੋਰ ਵੀ ਨਿਕਲਿਆ ਹੋਵੇ। ਪਰ ਮਨਪ੍ਰੀਤ ਬਾਦਲ ਦਾ ਜੋ ਵੈਸੇ ਇਮੇਜ ਹੈ, ਉਹ ਮੇਰਾ ਖਿਆਲ ਹੈ ਵੀ ਇਹਨਾਂ ਮਾਮਲਿਆਂ ਦੇ ਵਿੱਚ ਇਸ ਤਰੀਕੇ ਦਾ ਨਹੀਂ ਹੈ ਕਿ ਉਹਨੇ ਕੋਈ ਗਲਤ ਤਰੀਕੇ ਨਾਲ ਪੈਸੇ ਖਾਤੇ ਹੋਣਗੇ। ਦੇਖੋ ਪੋਲੀਟੀਸ਼ੀਅਨ ਯੂਜ਼ ਤਾਂ ਕਰਦੇ ਹੀ ਨੇ, ਫੰਡਿੰਗ ਹੁੰਦੀ ਹੈ, ਸਾਰਾ ਕੁਛ ਹੀ ਹੈ, ਪਰ ਉਹ ਕਾਫੀ ਸਟਿਕਲਰ ਨੇ, ਰੂਲਸ ਪ੍ਰਸਤ ਜਾਣਦੇ ਨੇ, ਰੂਲ ਪ੍ਰਸਤ ਵੀ ਨੇ, ਤੇ ਹਮੇਸ਼ਾ ਉਹ ਕਹਿੰਦੇ ਰਹੇ ਨੇ ਵੀ ਖਜ਼ਾਨਾ ਖਾਲੀ ਹੈ। ਇਹ ਬੰਦੇ ਦੀ ਇੱਕ ਖਜ਼ਾਨਾ ਮੰਤਰੀ ਦੀ ਮੈਰਿਟ ਹੁੰਦੀ ਹੈ ਕਿ ਉਹ ਕਹਿੰਦਾ ਰਹੇ ਵੀ ਖਜ਼ਾਨਾ ਖਾਲੀ ਹੈ। ਵੈਸੇ ਸਾਡੇ ਹੋਣ ਵਾਲੇ ਖਜ਼ਾਨਾ ਮੰਤਰੀ ਇਹ ਕਹਿੰਦੇ ਨੇ ਵੀ ਖਜ਼ਾਨਾ ਭਰਪੂਰ ਹੈ, ਪਰ ਹੁੰਦਾ ਖਾਲੀ ਹੈ ਅਸਲ ਦੇ ਵਿੱਚ। ਉਹ ਭਰਪੂਰ ਕਰਜ਼ਾ ਲੈ ਕੇ ਕੀਤਾ ਹੁੰਦਾ। ਸੋ ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਹੋਊਗੀ ਇਹ ਚੀਜ਼ ਕਿ ਕਿੱਧਰਲੇ ਪਾਸੇ ਨੂੰ ਇਹ ਗੱਲ ਵੱਧਦੀ ਹੈ। ਇੱਕੋ ਹੀ ਪਾਰਟੀ ਦੇ ਵਿੱਚ ਦੋ ਬੰਦੇ ਨੇ, ਇੱਕ ਨੇ ਪੁਰਾਣੀ ਸ਼ਿਕਾਇਤ ਕੀਤੀ ਹੋਈ ਹੈ, ਉਹਨੂੰ ਵਰਤ ਕੇ ਮੌਜੂਦਾ ਸਰਕਾਰ ਹੈ ਜਿਹੜੀ ਥੋੜ੍ਹਾ ਬਹੁਤ ਉਹਨਾਂ ਦੀ ਖਿੱਚਤੂ ਕਰਨਾ ਚਾਹੁੰਦੀ ਹੈ ਜਾਂ ਬਦਨਾਮੀ ਕਰਨਾ ਚਾਹੁੰਦੀ ਹੈ ਜਾਂ ਕੀ ਕੱਢਣਾ ਚਾਹੁੰਦੀ ਹੈ ਇਹਦੇ 'ਚੋਂ, ਇਹ ਸਾਹਮਣੇ ਆ ਜਾਊਗਾ। ਤੇ ਆਪਾਂ ਇਹ ਅਰਦਾਸ ਕਰੀਏ ਵੀ ਇਹ ਸ਼ਿਕਾਇਤ ਖੜੀ ਰਹੇ, ਕਿਤੇ ਚੰਨੀ ਸਾਹਿਬ ਵਾਲਾ ਕੰਮ ਨਾ ਹੋਵੇ ਕਿ ਸ਼ਿਕਾਇਤ ਕਰਤਾ ਹੀ ਛੱਡ ਕੇ ਕਹਿ ਦੇਵੇ ਕਿ ਜੇ ਇਹ ਤਾਂ ਗਲਤ ਸੀ, ਮੇਰੇ ਤਾਂ ਦਸਤਖਤ ਨਹੀਂ, ਜਾਂ ਮਤਲਬ ਇਦਾਂ ਦਾ ਨਾ ਕੁਝ ਨਿਕਲਿਆ ਹੋਵੇ। ਪਰ ਸਰ ਅੱਜ ਸਿੰਗਲਾ ਸਾਹਿਬ, ਸਰੂਪ ਚੰਦ ਸਿੰਗਲਾ ਬੋਲੇ ਨੇ, ਉਹਨਾਂ ਦੀ ਸਟੇਟਮੈਂਟ ਆਈ ਹੈ ਵੀ ਮੈਂ ਇਸ ਦਾ
ਮੈਂ ਇਹਨੂੰ ਪਿੱਛੇ ਨਹੀਂ ਗਾ ਲੈ ਕੇ ਜਾਵਾਂਗਾ, ਭਾਵੇਂ ਅਸੀਂ ਇੱਕ ਪਾਰਟੀ ਦੇ ਵਿੱਚ ਹਾਂ, ਲੇਕਿਨ ਮੈਂ ਆਪਣੀ ਸ਼ਿਕਾਇਤ ਦੇ ਉੱਪਰ ਅੱਜ ਵੀ ਕਾਇਮ ਹਾਂ ਤੇ ਫਿਊਚਰ ਦੇ ਵਿੱਚ ਵੀ ਆਪਣੀ ਕੰਪਲੇਂਟ ਦੇ ਉੱਪਰ ਕਾਇਮ ਰਵਾਂਗਾ। ਇਹ ਸਰੂਪਚੰਦ ਸਿੰਗਲਾ ਦੇ ਬਿਆਨ ਅੱਜ ਆ ਚੁੱਕੇ ਨੇ ਜੀ। ਵੈਰੀ ਗੁੱਡ। ਉਹਨਾਂ ਨੇ ਕਿਹਾ ਵੀ ਲੌਜੀਕਲ ਐਂਡ ਤੱਕ ਅਸੀਂ ਇਹਨੂੰ ਲੈ ਕੇ ਜਾਵਾਂਗੇ ਜੀ ਚਲੋ ਇਹ ਤਾਂ ਫਿਰ ਮੰਨਣਯੋਗ ਗੱਲ ਹੈ। ਚਲੋ ਦੇਖੋ ਇਹਦੇ ਵਿੱਚੋਂ ਕੀ ਨਿਕਲਦਾ, ਪਰ ਅਜੇ ਕੋਈ ਜਿਹੜੀਆਂ ਡਿਟੇਲਸ ਬਹੁਤ ਵੱਡੀਆਂ ਨਿਕਲ ਕੇ ਨਹੀਂ ਆ ਰਹੀਆਂ। ਮੇਰਾ ਖਿਆਲ ਹੈ ਉਸ ਤਰੀਕੇ ਦਾ ਜਿਵੇਂ ਸਕੈਂਡਲ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅਜੇ ਨਹੀਂ ਬਣ ਰਹੀ। ਬਾਕੀ ਪਤਾ ਨਹੀਂ ਹੁੰਦਾ ਕਿ ਫਾਈਲਾਂ ਵਿੱਚੋਂ ਕੀ ਨਿਕਲਦਾ ਹੈ, ਕਿਸ ਤਰੀਕੇ ਨਾਲ ਉਹ ਲੈਂਡ ਯੂਜ਼ ਚੇਂਜ ਕੀਤਾ ਗਿਆ, ਕਿਹਨੇ ਕਰਿਆ, ਕੌਣ ਅਥੋਰਾਈਜ਼ਡ ਸੀ। ਇੱਕ ਇਸ ਸਰਕਾਰ ਦੇ ਵਿੱਚ ਇਹ ਵੀ ਬੜਾ ਅਜੀਬ ਗੱਲ ਹੋ ਰਹੀ ਹੈ ਕਿ ਜਿਹੜੇ ਤਾਂ ਪੋਲੀਟੀਕਲੀ ਮਸ਼ਹੂਰ ਨੌਨ ਇੰਪੋਰਟੈਂਟ ਸ਼ਖਸੀਅਤਾਂ ਨੇ ਉਹਨਾਂ ਦਾ ਤਾਂ ਚਰਚਾ ਹੋ ਜਾਂਦਾ ਹੈ, ਜਿਹੜੇ ਅਫਸਰ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਕਿਤੇ ਜੀ। ਦੇਖੋ ਆਖਰਕਾਰ ਇਹ ਫਾਈਲਾਂ ਕਿਤੋਂ ਤੁਰਦੀਆਂ ਨੇ, ਕਿਤੇ ਪਹੁੰਚਦੀਆਂ ਨੇ ਜੀ। ਮੰਤਰੀ ਜਿਹੜਾ ਵੀ ਹੁੰਦਾ ਹੈ ਤਾਂ ਉਹ ਤਾਂ ਇੱਕੋ ਹੀ ਬੰਦਾ ਹੁੰਦਾ ਨਾ, ਦਸਤਖਤ ਤਾਂ ਅਖੀਰ ਤੇ ਹੀ ਕਰਦਾ ਨਾ ਉਹ ਜੀ। ਬਾਕੀ ਸਾਰਾ ਜਿਹੜਾ ਅਮਲਾ ਫੈਲਾ ਹੈ ਉਹਦੇ ਉੱਪਰ ਕੋਈ ਕਿਸੇ ਕਿਸਮ ਦਾ ਉਂਗਲੀ ਨਹੀਂ ਉੱਠਦੀ, ਕੁਝ ਨਹੀਂ ਹੁੰਦਾ। ਮਤਲਬ ਸਿਰਫ ਇੱਕ ਮੇਰਾ ਖਿਆਲ ਹੈ ਜਿਹੜਾ ਉਹ ਸਕਾਲਰਸ਼ਿਪ ਵਾਲਾ ਕੇਸ ਸੀ ਸਾਧੂ ਸਿੰਘ ਧਰਮਸੋਤ ਵਾਲਾ, ਉਹਨੂੰ ਛੱਡ ਕੇ ਬਾਕੀ ਕੇਸਾਂ ਦੇ ਵਿੱਚ ਕਿਸੇ ਅਫਸਰ ਤੇ ਕੋਈ ਜ਼ਿਕਰ ਨਹੀਂ, ਕੋਈ ਗੱਲ ਨਹੀਂ, ਕੋਈ ਕੁਛ ਨਹੀਂ, ਕੋਈ ਦੱਸ ਨਹੀਂ। ਪਰ ਡਾਕਟਰ ਸਾਹਿਬ ਦੂਸਰੇ ਪਾਸੇ ਡਾਕਟਰ ਸਾਹਿਬ ਜਿਵੇਂ ਦੂਸਰੇ ਪਾਸੇ ਆਮ ਆਪਾਂ ਲੋਕਾਂ ਦੀ ਸੁਣਦੇ ਹਾਂ ਗੱਲ, ਸੀਐਮ ਸਾਹਿਬ ਨੂੰ ਸਿੱਧਾ ਚੈਲੰਜ ਕਰਦੇ ਨੇ ਵੀ ਜੇ ਤੇ ਹਿੰਮਤ ਹੈ ਕੈਪਟਨ ਨੂੰ ਹੱਥ ਪਾ ਕੇ ਦਿਖਾਓ, ਜੇ ਤੁਹਾਡੇ 'ਚ ਹਿੰਮਤ ਆ ਬਾਦਲ ਪਰਿਵਾਰ ਨੂੰ ਹੱਥ ਪਾ ਕੇ ਦਿਖਾਓ। ਕਿ ਇਹ ਸ਼ੁਰੂਆਤ ਤਾਂ ਨਹੀਂ ਕਿਤੇ, ਕਿਉਂਕਿ ਮਨਪ੍ਰੀਤ ਬਾਦਲ ਨੂੰ ਤਲਬ ਕੀਤਾ ਗਿਆ, ਹਾਲਾਂਕਿ ਜਿਵੇਂ ਤੁਸੀਂ ਦੱਸਿਆ ਬਹੁਤਾ ਵੱਡਾ ਇਹ ਰੀਜ਼ਨ ਨਹੀਂ ਸੀਗਾ, ਲੇਕਿਨ ਸ਼ੁਰੂਆਤ ਬਾਦਲ ਪਰਿਵਾਰ ਵੱਲ ਹੋ ਚੁੱਕੀ ਹੈ ਕਿ ਇਸ ਤੋਂ ਬਾਅਦ ਇਹ ਸ਼ੁਰੂਆਤਾਂ ਅੱਗੇ ਹੀ ਵਧਦੇ, ਜੋ ਮਾਮਲੇ ਅੱਗੇ ਹੀ ਵੱਧ ਸਕਦੇ ਨੇ, ਕਿ ਮਨਪ੍ਰੀਤ ਦੀਆਂ ਕੋਈ ਹੋਰ ਫੈਲਾਂ ਵੀ ਖੁੱਲ੍ਹ ਸਕਦੇ ਨੇ। ਤੇ ਸਭ ਤੋਂ ਵੱਡੀ ਗੱਲ ਕਿ ਸੁਖਬੀਰ ਬਾਦਲ ਵੱਲ ਵੀ ਕੋਈ ਇਸ ਤਰ੍ਹਾਂ ਦਾ ਸੇਕ ਜਾ ਸਕਦਾ ਜੀ। ਦੇਖੋ ਲਖਵਿੰਦਰ ਜੀ ਇਹ ਗੱਲ ਜੀ ਕਹਿਣੀ ਔਖੀ ਹੈ, ਕਿਉਂਕਿ ਸੰਗਰੂਰ ਦੀਆਂ ਇਲੈਕਸ਼ਨਾਂ 'ਚ ਬੜੀ ਇੱਕ ਥੱਪੜ ਕੇ ਇੱਕ ਵਾਰ ਇਹਨਾਂ ਨੇ ਕਿਹਾ ਸੀਗਾ, ਆਪਣੇ ਮਾਨ ਸਾਹਿਬ ਨੇ ਵੀ ਇੱਕ ਸੁਖ ਵਿਲਾਸ ਵੀ ਹੈ, ਤੁਸੀਂ ਸੁਣਿਆ, ਅਸੀਂ ਉਹਨੂੰ ਐਂ ਹੱਥ ਪਾਵਾਂਗੇ ਜਦੋਂ ਉਹ ਜ਼ਮੀਨਾਂ ਛਡਾ ਰਹੇ ਸੀ। ਸੁਖਬੀਰ ਨੇ ਸਿੰਘ ਬਾਦਲ ਨੇ ਦੂਸਰੇ ਦਿਨ ਹੀ ਕਹਿ ਦਿੱਤਾ ਸੀ ਵੀ ਜੇ ਹਿੰਮਤ ਹੈ ਤਾਂ ਕਰਕੇ ਦਿਖਾਓ। ਉਹ ਤੋਂ ਬਾਅਦ ਫਿਰ ਇਹ ਚੁੱਪੇ ਹੀ ਕਰ ਗਏ। ਮਤਲਬ ਇਹ ਪਤਾ ਨਹੀਂ ਹੁਣ ਕੀ ਕਿਸ ਤਰ੍ਹਾਂ ਦੀ ਇਹਨਾਂ ਦੀ ਕੀ ਗ੍ਰਾਮਰ ਹੈ, ਕੀ ਚੱਕਰ ਹੈ ਉਹਦੇ ਪਿੱਛੇ। ਮਤਲਬ ਰੌਲਾ ਰੱਪਾ ਤਾਂ ਬਹੁਤ ਪਾਉਂਦੇ ਨੇ ਜਦੋਂ ਕੋਈ ਹੋਰ ਚੀਜ਼ ਨਹੀਂ ਮਿਲਦੀ, ਸਿਸਮਾ ਫਾਰਮ ਦੀਆਂ ਵੀ ਗੱਲਾਂ ਬਹੁਤ ਕਰਦੇ ਨੇ, ਪਰ ਹੁੰਦਾ ਕੁਝ ਨਹੀਂ। ਮਤਲਬ ਗਰਾਊਂਡ ਲੈਵਲ ਦੇ ਉੱਪਰ ਈਵਨ ਇੱਥੋਂ ਤੱਕ ਕਿ ਸਿਮਰਨਜੀਤ ਮਾਨ ਦਾ ਜਿਹੜਾ ਕਿਹਾ ਸੀ ਪਤਾ ਨਹੀਂ ਕਿੰਨੇ ਏਕੜ ਛਟਾ ਲਏ, ਉਹ ਚੋਂ ਨਿਕਲਿਆ ਕੁਝ ਵੀ ਨਹੀਂ ਸੀ। ਸੋ ਇਹ ਕੁਝ ਪੱਕ ਨਾਲ ਇਸ ਗੱਲ ਬਾਰੇ ਕਹਿਣਾ ਔਖਾ ਹੈ, ਪਰ ਇਹ ਗੱਲ ਆਪਣੇ ਆਪ 'ਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਡਿਵੈਲਪਮੈਂਟ ਹੈ ਕਿ ਮਨਪ੍ਰੀਤ ਬਾਦਲ ਨੂੰ ਇਸ ਤਰੀਕੇ ਦੇ ਨਾਲ ਤਲਬ ਕਰਨਾ, ਹੱਥ ਪਾਉਣਾ। ਹਾਲਾਂਕਿ ਬੀਜੇਪੀ ਵਾਲਿਆਂ ਨੂੰ ਇਹ ਥੋੜਾ ਝਿਜਕ ਰਹੇ ਸੀ ਮਤਲਬ ਕਰਨ ਤੋਂ, ਜੇ ਕਰ ਰਹੇ ਨੇ ਤਾਂ ਇਹਦਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਖਬਰਾਂ ਵਧਣਗੀਆਂ, ਇਹ ਲੱਗਦਾ। ਨਹੀਂ ਸਰ, ਜਿਵੇਂ ਅਕਾਲੀ ਦਲ ਫਿਰ ਦੂਜੇ ਪਾਸੇ ਇਹ ਕਹਿ ਰਿਹਾ ਵੀ ਹੁਣ ਤਾਂ ਉਹਨਾਂ ਦੀ ਸਰਕਾਰੀ ਪਾਰਟੀ ਬਣ ਗਈ ਹੈਗੀ, ਹੁਣ ਸਰਕਾਰ ਦੇ ਨਾਲ ਬੈਠਿਆ ਕਰਨਗੇ। ਤੇ ਫਿਰ ਹੁਣ ਇਹ ਵੀ ਪਿਛਲੇ ਦਿਨੀ ਚਰਚਾਵਾਂ ਛਿੜੀਆਂ ਤੇ ਜਦੋਂ ਗਠਬੰਧਨ ਦੀ ਗੱਲ ਚੱਲੀ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ, ਵੀ ਹੁਣ ਭਾਈ ਕਾਂਗਰਸੀਆਂ ਨੂੰ ਸੁੱਖ ਦਾ ਸਾਹ ਆਊਗਾ, ਹੁਣ ਦੂਜੇ ਪਾਸੇ ਬੀਜੇਪੀ ਤੇ ਅਕਾਲੀ ਵਾਲਿਆਂ ਨੂੰ ਟਾਰਗੇਟ ਕੀਤਾ ਜਾਊਗਾ। ਕਿ ਇਹ ਸ਼ੁਰੂਆਤ ਉੱਧਰ ਵੀ ਤਾਂ ਨਹੀਂ ਹੋ ਸਕਦੀ, ਕਿਤੇ ਉੱਧਰ ਵੀ ਸ਼ੁਰੂਆਤ ਹੋ ਸਕਦੀ ਹੈ? ਹੋ ਸਕਦਾ, ਇਹ ਹੋ ਸਕਦੀ ਹੈ ਗੱਲ ਕਿ ਹੁਣ ਕਾਂਟਾ ਬਦਲ ਕੇ ਫੌਜਾਂ ਉੱਧਰ ਨੂੰ ਭੇਜੀਆਂ ਜਾ ਰਹੀਆਂ ਹੋਣ, ਪਰ ਅਜੇ ਇਟਸ ਟੂ ਅਰਲੀ ਟੂ ਸੇ ਐਨੀਥਿੰਗ ਜੀ। ਇੰਨੀ ਜਲਦੀ ਇਹਦਾ ਕੋਈ ਰਿਜ਼ਲਟ ਨਹੀਂ ਕੱਢਣਾ ਚਾਹੀਦਾ ਮੇਰੇ ਖਿਆਲ 'ਚ। ਜੀ ਬਿਲਕੁਲ ਬਿਲਕੁਲ ਸਰ। ਹੁਣ ਦੂਸਰੇ ਪਾਸੇ ਆਪਾਂ ਮਾਨ ਸਾਹਿਬ ਦੀ ਇੱਕ ਹੋਰ ਅਹਿਮ ਖਬਰ ਲਈਏ, ਕਿਉਂਕਿ ਮਾਨ ਸਾਹਿਬ ਲਗਾਤਾਰ ਹੜ੍ਹ ਪੀੜਤਾਂ ਦੇ ਵਿਚਕਾਰ ਨੇ, ਲਗਾਤਾਰ ਹੱਲਾਸ਼ੇਰੀ ਦਿੰਦੇ ਨਜ਼ਰ ਆ ਰਹੇ ਲੋਕਾਂ ਨੂੰ, ਤੇ ਨਾਲ ਹੀ ਨਾਲ ਇੱਕ ਵੱਡੀ ਸਟੇਟਮੈਂਟ ਉਹਨਾਂ ਦੇ ਵੱਲੋਂ ਆਈ ਸੀ ਕਿ ਹੜ੍ਹ ਪੀੜਤਾਂ ਦੇ ਨਾਲ ਨਿਆਂ ਕੀਤਾ ਜਾਏਗਾ, ਜਿਸ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਾਈ ਚੁਕਾਈ ਜਾਏਗੀ, ਸਰਕਾਰ ਉਸ ਦੀ ਪਾਈ ਦੇਵੇਗੀ ਜਿਹੜਾ ਵੀ ਨੁਕਸਾਨ ਹੜ੍ਹ ਦੇ ਵਿੱਚ ਹੋਏਗਾ। ਲੇਕਿਨ ਦੂਸਰੇ ਪਾਸੇ ਉਹਨਾਂ ਦੇ ਹੀ ਮੰਤਰੀ ਵੱਲੋਂ ਇਸ ਦਾਅਵੇ ਦੀ ਇਹ ਕਹਿੰਦੇ ਹੋਏ ਹਵਾ ਕੱਢ ਦਿੱਤੀ ਵੀ ਅਸੀਂ ਸਮਰੱਥੇ ਨਹੀਂ, ਸਾਡੇ ਕੋਲ ਇੰਨੇ ਫੰਡ ਹੀ ਨਹੀਂ ਹੈਗੇ, ਅਸੀਂ ਕੇਂਦਰ ਸਰਕਾਰ ਤੋਂ ਫੰਡ ਮੰਗਾਂਗੇ, ਉਸ ਤੋਂ ਬਾਅਦ ਮਦਦ ਕਰਾਂਗੇ। ਤੇ ਇੱਧਰ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਨੇ ਵੀ ਅਸੀਂ ਹੱਥ ਨਹੀਂ ਅੱਡਾਂਗੇ ਕੇਂਦਰ ਦੇ ਮੂਹਰੇ, ਅਸੀਂ ਸક્ષਮ ਆਂਗੇ। ਤੇ ਉੱਧਰੋਂ ਖਜ਼ਾਨਾ ਮੰਤਰੀ ਤੇ ਸੀਐਮ ਸਾਹਿਬ ਲਗਾਤਾਰ ਕਹਿੰਦੇ ਨੇ ਕਿ ਖਜ਼ਾਨਾ ਭਰਿਆ ਹੋਇਆ ਹੈ, ਪਰ ਅੱਜ ਉਹਨਾਂ ਦੇ ਹੀ ਮੰਤਰੀ ਗੁਰਮੀਤ ਖੁੱਡੀਆਂ ਜੀ ਦੀ ਗੱਲ ਕਰੀ, ਖੇਤੀਬਾੜੀ ਮੰਤਰੀ ਨੇ, ਉਹ ਕਹਿ ਰਹੇ ਨੇ ਵੀ ਅਸੀਂ ਇੰਨੇ ਸਮਰੱਥੀ ਨਹੀਂ ਵੀ ਅਸੀਂ ਲੋਕਾਂ ਦੀ ਮਦਦ ਕਰ ਸਕੇ, ਸਾਡੇ ਕੋਲ ਫੰਡਾਂ ਦੀ ਘਾਟ ਹੈ। ਕਿਵੇਂ ਦੇਖ ਰਹੇ ਹੋ ਇੱਕ ਸਰਕਾਰ, ਦੋ ਅਲੱਗ-ਅਲੱਗ ਸਟੇਟਮੈਂਟਾਂ? ਐਕਚੁਅਲੀ ਗੁਰਮੀਤ ਸਿੰਘ ਖੁੱਡੀਆਂ ਜੀ ਜਿਹੜੇ ਨੇ ਨਾ, ਅਸਲ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਵੀ ਬੜੇ ਜੈਨੂਇਨ ਜਿਹੇ ਬੰਦੇ ਸੀ। ਉਹ ਮੇਰਾ ਖਿਆਲ ਇੱਕ ਤਾਂ ਨਵੇਂ ਨੇ, ਇੱਕੋ ਸਾਫ ਸੁਥਰੇ ਜਿਹੇ ਬੰਦੇ ਨੇ।
ਉਹਨਾਂ ਨੂੰ ਅਜੇ ਤਜਰਬਾ ਨਹੀਂ ਹੈ ਕਿ ਮੀਡੀਆ ਦੇ ਵਿੱਚ ਜਾਂ ਗੈਲਰੀ ਨੂੰ ਕਿਵੇਂ ਪਲੇ ਕਰਨਾ। ਉਹ ਝੂਠ ਬੋਲਣ ਦੇ ਵਿੱਚ ਉਹਨੇ ਸક્ષਮ ਨਹੀਂ ਹੈਗੇ। ਗੱਲ ਉਹਨਾਂ ਨੇ ਸੱਚੀ ਕਹਿ ਦਿੱਤੀ, ਗੱਲ ਸੱਚੀ ਉਹਨਾਂ ਇਹੀ ਹੈ। ਵੈਸੇ ਖਜ਼ਾਨੇ 'ਚ ਪੈਸੇ ਨਹੀਂ ਹੈਗੇ, ਦੇਣ ਜੋਗੇ ਵੀ ਨਹੀਂ ਹੈਗੇ, ਸੈਂਟਰ ਤੋਂ ਮੰਗਣੇ ਚਾਹੀਦੇ ਨੇ ਇਹਨਾਂ ਨੂੰ। ਪਰ ਮਾਨ ਸਾਹਿਬ ਦਾ ਹੁਣ ਕੀ ਪਤਾ, ਖਬਰ ਹੈ ਕਿਹੜੇ ਟਾਈਮ ਨੂੰ ਕੀ ਕਹਿ ਦੇਣ। ਉਹ ਤਾਂ ਕਹਿ ਦਿੰਦੇ ਨੇ ਜੀ ਪਾਈ ਦੇਵਾਂਗੇ, ਪੈਸਾ ਦੇਵਾਂਗੇ। ਲੋਕ ਮਜ਼ਾਕ ਉਡਾਉਂਦੇ ਨੇ, ਕਹਿੰਦੇ ਪਤਾ ਨਹੀਂ ਪੈਸਾ ਹੀ ਇੱਕ ਪੈਸਾ ਹੀ ਦੇਣਗੇ, ਪਤਾ ਨਹੀਂ। ਅਜੇ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਜੋ ਰਿਪੋਰਟਾਂ ਆ ਰਹੀਆਂ ਨੇ, ਕੋਈ ਗਿਦਾਵਰੀਆਂ ਨਹੀਂ ਹੋ ਰਹੀਆਂ। ਬਹੁਤ ਸਾਰੀਆਂ ਕਲੋਨੀਆਂ ਪਟਿਆਲੇ ਦੇ ਵਿੱਚ ਹੀ ਅਜੇ ਹੜ੍ਹ ਪੀੜਤ ਹੀ ਨਹੀਂ ਡਿਕਲੇਅਰ ਕਰੀਆਂ ਗਈਆਂ। ਸੋ ਇਸ ਕਰਕੇ ਇਹ ਹੈ ਕਿ ਦਿੱਤਾ ਤਾਂ ਉਦੋਂ ਜਾਊਗਾ ਜਦੋਂ ਪਹਿਲਾਂ ਪਹਿਲੀ ਗੱਲ ਤਾਂ ਵੀ ਹੜ੍ਹ ਖਤਮ ਹੋਣ, ਦੂਜੀ ਗੱਲ ਹੈ ਰੀਹੈਬਿਲਿਟੇਸ਼ਨ ਹੋਵੇ, ਤੀਜੀ ਗੱਲ ਇਹ ਹੈ ਕਿ ਕੋਈ ਗਿਣਤੀ ਮਿਣਤੀ ਹੋਵੇ ਕਿ ਭਾਈ ਲੋਕ ਤਾਂ ਅੰਦਾਜ਼ਾ ਲਾ ਰਹੇ ਨੇ 5000 ਕਰੋੜ ਤੋਂ ਉੱਪਰ ਦਾ ਵੀ ਨੁਕਸਾਨ ਹੋ ਗਿਆ। ਸੋ ਉਹਦੀ ਇਵੈਲੂਏਸ਼ਨ ਕਿਸ ਤਰ੍ਹਾਂ ਕਰਨੀ ਹੈ, ਕਿਹਨੇ ਕਰਨੀ ਹੈ, ਗਿਦਾਵਰੀਆਂ ਕਿਹਨੇ ਕਰਨੀਆਂ ਨੇ, ਫਸਲ ਕਿਹਨੇ ਦੇਖਣੀ ਹੈ, ਅਜੇ ਇਹ ਲੰਬਾ ਚੌੜਾ ਕੰਮ ਹੈ। ਪਰ ਮੇਰਾ ਖਿਆਲ ਹੈ ਵੀ ਜਿੰਨਾ ਵੱਡਾ ਨੁਕਸਾਨ ਹੋ ਗਿਆ, ਇੰਨਾ ਪੈਸਾ ਨਹੀਂ ਹੈ ਸਰਕਾਰ ਦੇ ਕੋਲ। ਬੇਸ਼ੱਕ ਐਵੇਂ ਫੜਾ ਮਾਰੀ ਜਾਣ ਤਾਂ ਲਹਿਦਾ ਗੱਲ ਹੈ। ਇਹਨਾਂ ਨੂੰ ਚਾਹੀਦਾ ਕਿ ਸੈਂਟਰ ਤੋਂ ਵੀ ਇਹ ਪੈਸੇ ਮੰਗਣ, ਜਿਹੜੇ ਸਾਧਨ ਹੋ ਸਕਦੇ ਨੇ ਕਰਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਰਿਲੀਫ ਪਹੁੰਚਾਉਣ। ਕਿਉਂਕਿ ਲੋਕਾਂ ਦੇ ਵਿੱਚ ਤਾਂ ਤਰਾਹੀ ਹੋਈ ਪਈ ਹੈ। ਦੇਖੋ ਪਿੰਡਾਂ ਵਾਲੇ ਲੋਕ ਤਾਂ ਵਿਚਾਰੇ ਲੰਗਰ ਲਾ ਕੇ ਜੋ ਉਹਨਾਂ ਦੇ ਹੱਥ ਵੱਸ ਹੈ ਉਹ ਤਾਂ ਸੇਵਾ 'ਚ ਜੁਟੇ ਹੋਏ ਨੇ। ਦੂਜੇ ਪਾਸੇ ਰੇਟ ਚੜ੍ਹ ਰਹੇ ਨੇ ਦੁਕਾਨਾਂ ਤੇ, ਜਿੱਥੇ ਕਿਤੇ ਦਾ ਲੱਗਦਾ ਹੈ। ਹਾਲਾਂਕਿ ਡੀਸੀਆਂ ਨੇ, ਪਟਿਆਲਾ ਡੀਸੀ ਨੇ ਵੀ, ਹੋਰਨਾਂ ਨੇ ਬੜੀ ਸਖਤੀ ਨਾਲ ਵੀ ਕਿਹਾ ਕਿ ਭਾਈ ਰੇਟ ਰੂਟ ਜੇ ਚੱਕੇ ਫਿਰ ਸਖਤੀ ਕਰਾਂਗੇ ਅਸੀਂ। ਪਰ ਫਿਰ ਵੀ ਗਰੀਬ ਬੰਦੇ ਨੂੰ, ਹਰ ਇੱਕ ਨੂੰ ਥੋੜ੍ਹਾ ਮਤਲਬ ਜਾ ਕੇ ਪੁੱਛਿਆ ਜਾ ਸਕਦਾ ਹੁੰਦਾ। ਸਬਜ਼ੀਆਂ ਦੇ ਰੇਟ ਹੀ ਕਿੱਥੇ ਅਸਮਾਨ ਨੂੰ ਚੜ੍ਹੇ ਫਿਰਦੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਕ੍ਰਾਈਸਿਸ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਬਹੁਤ ਵੱਡਾ ਹੈ ਕਿਸਮ ਦਾ। ਕਿ ਚਲੋ ਰਿਲੀਫ ਹੈ, ਸ਼ੁਕਰ ਹੈ ਪਰਮਾਤਮਾ ਦਾ, ਪੰਜਾਬ ਦੇ ਵਿੱਚ ਬਹੁਤ ਇਨਸਾਨੀਅਤ ਹੈ ਲੋਕਾਂ 'ਚ। ਲੋਕਾਂ ਨੇ ਹੀ, ਭਾਈਚਾਰੇ ਨੇ ਹੀ ਸੰਭਾਲ ਲਿਆ ਹੈ ਔਖੀ ਘੜੀ ਨੂੰ। ਸਰਕਾਰ ਤੋਂ ਨਹੀਂ ਸੀ ਇੰਨਾ ਹੋ ਸਕਣਾ। ਪਰ ਇਹ ਹੈ ਵੀ ਇਹ ਜ਼ਰੂਰੀ ਹੈ ਇਹਦੀ ਤੁਰੰਤ ਨਾਲ ਦੀ ਨਾਲ ਇਵੈਲੂਏਸ਼ਨ ਕਰਕੇ ਨਾਲ ਦੀ ਨਾਲ ਹੀ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਜਾਵੇ। ਕਿਉਂਕਿ ਹੁਣ ਲੋੜ ਹੈ ਲੋਕਾਂ ਨੂੰ। ਮਤਲਬ ਉਹਨਾਂ ਦੇ ਕਿਸੇ ਦੇ ਪਸ਼ੂ ਰੁੜ ਗਏ ਨੇ, ਕਿਸੇ ਦੇ ਮਤਲਬ ਖਾਣ ਨੂੰ ਕੁਝ ਨਹੀਂ ਹੈ। ਮਤਲਬ ਛੋਟੀਆਂ ਚੀਜ਼ਾਂ ਤੋਂ ਲੈ ਕੇ ਉਹ ਬਿਲਕੁਲ ਬੇਬਸ ਹੋ ਗਏ ਨੇ ਲੋਕ, ਕਿਸਮ ਦੇ ਨਾਲ ਖਾਲੀ ਹੱਥ ਹੋਏ ਬੈਠੇ। ਸੋ ਉਹਨਾਂ ਨੂੰ ਰਿਲੀਫ ਪਹੁੰਚਾਉਣੀ ਮੇਰਾ ਖਿਆਲ ਹੈ ਪਹਿਲਾ ਕਦਮ ਹੋਣਾ ਚਾਹੀਦਾ, ਜ਼ੋਰ ਲਾ ਕੇ ਕਰਨਾ ਚਾਹੀਦਾ ਜੀ। ਸਰ ਆਪਣੇ ਗੁਆਂਢੀ ਸੂਬੇ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਵੀ ਮ੍ਰਿਤਕਾਂ ਦੇ ਲਈ ਕਿੰਨੇ ਪੈਸੇ ਨੇ, ਜ਼ਖਮੀਆਂ ਲਈ ਕਿੰਨੇ ਪੈਸੇ ਨੇ, ਜਿਨ੍ਹਾਂ ਦੇ ਪਸ਼ੂ ਹੜ੍ਹੇ ਨੇ ਇਸ ਹੜ੍ਹ ਦੇ ਵਿੱਚ, ਉਹਨਾਂ ਦੇ ਲਈ ਵੀ ਮੁਆਵਜ਼ੇ ਦੀ ਗੱਲ ਉਹਨਾਂ ਵੱਲੋਂ ਕੀਤੀ ਗਈ, ਰਾਸ਼ੀ ਦੱਸ ਦਿੱਤੀ ਗਈ ਹੈ। ਫਿਰ ਕੀ ਕਾਰਨ ਹੈ ਪੰਜਾਬ ਸਰਕਾਰ ਸਿਰਫ ਉਹੀ ਪਾਈ ਤੇ ਖੜੀ, ਪਾਈ ਦਿੱਤਾ ਜਾਊਗਾ? ਕਿੰਨੀਆਂ ਪਾਈਆਂ ਦਿੱਤੀਆਂ ਨੇ, ਕਿੰਨੇ ਪੈਸੇ ਦਿੱਤੇ ਜਾਣਗੇ? ਇਸ ਬਾਰੇ ਹੁਣ ਤੱਕ ਭਗਵੰਤ ਮਾਨ ਜੀ ਦੀ ਕੋਈ ਸਟੇਟਮੈਂਟ ਨਹੀਂ ਆਈ। ਕਿ ਇਸ ਗੱਲ ਦੇ ਉੱਪਰ ਹੁਣ ਗੁਰਮੀਤ ਖੁੱਡੀਆਂ ਦਾ ਇਹ ਬਿਆਨ ਮੋਹਰ ਲਾਉਂਦਾ ਵੀ ਖਜ਼ਾਨੇ ਦੇ ਵਿੱਚ ਪੈਸੇ ਨਹੀਂ ਹੈਗੇ? ਦੇਖੋ ਮਾਨ ਸਾਹਿਬ ਦਾ ਨਾ ਬਿਆਨਾਂ ਦੀ ਵਿਸ਼ਵਸਨੀਯਤਾ ਜਿਹੜੀ ਹੈ ਨਾ, ਜਿਹੜਾ ਉਹਨਾਂ ਦਾ ਭਰੋਸੇਯੋਗਤਾ ਹੈ, ਉਹ ਘਟਦੀ ਜਾ ਰਹੀ ਹੈ ਦਿਨੋਂ ਦਿਨ। ਉਹ ਕਹਿ ਦਿੰਦੇ ਨੇ ਤੇ ਲੋਕ ਹੁਣ ਉਹਨਾਂ ਦੀ ਗੱਲ ਨੂੰ ਮਤਲਬ ਬਹੁਤ ਸੀਰੀਅਸਲੀ ਨਹੀਂ ਲੈਂਦੇ ਹੈਗੇ। ਉਹ ਬਹੁਤ ਸਾਰੀਆਂ ਗੱਲਾਂ ਕਹਿ ਚੁੱਕੇ ਨੇ, ਪਰ ਇਹ ਹੈ ਵੀ ਕਹਿਣ ਦੀ ਬਜਾਏ ਮੇਰੇ ਲਈ ਕਰਨ ਦਾ ਸਮਾਂ ਹੈ। ਤੇ ਜਿਹੜੀ ਹਰਿਆਣੇ ਦੀ ਸਰਕਾਰ ਹੈ, ਉਹ ਤਾਂ ਦੇਖੋ ਜਿਵੇਂ ਉਹ ਬੀਜੇਪੀ ਵਾਲੇ ਕਹਿੰਦੇ ਨੇ ਵੀ ਡਬਲ ਇੰਜਨ ਸਰਕਾਰ ਹੈ, ਉਹ ਤਾਂ ਸੈਂਟਰ ਤੋਂ ਪੈਸੇ ਮੰਗ ਲੈਣਗੇ, ਮਿਲ ਵੀ ਜਾਣ ਸ਼ਾਇਦ। ਪਰ ਇਹ ਹੈ ਵੀ ਜਿਹੜੇ ਜਿੰਨੀ ਦੇਰ ਐਲਾਨ ਚਾਹੇ ਹਰਿਆਣੇ ਦੀ ਗਵਰਨਮੈਂਟ ਕਰੇ ਚਾਹੇ ਆਪਣੀ ਕਰੇ, ਐਲਾਨ ਹੀ ਹੁੰਦੇ ਨੇ। ਜਿੰਨੀ ਦੇਰ ਰਿਲੀਫ ਮਿਲ ਨਹੀਂ ਜਾਂਦੀ, ਜਿਹੜਾ ਵਿਕਟਮ ਹੈ, ਜਿਹੜਾ ਤੰਗ ਹੈ ਬੰਦਾ, ਜਿਹੜਾ ਉੱਜੜ ਗਿਆ, ਜਿਹਦੇ ਹੱਥ 'ਚ ਕੁਝ ਨਹੀਂ ਆਉਂਦਾ, ਜਿੰਨੀ ਦੇਰ ਉਨੀ ਦੇਰ ਭਰੋਸਾ ਨਹੀਂ ਲੋਕਾਂ ਨੇ ਕਰਨਾ। ਸੋ ਉਹ ਸ਼ੁਰੂ ਕਰਨਾ ਚਾਹੀਦੀ ਹੈ ਉਹ ਪ੍ਰਕਿਰਿਆ ਜੀ। ਸੋ ਇੱਕ ਸਰ ਅਹਿਮ ਖਬਰ ਅੱਜ ਹੋਰ ਡੇਰਾ ਸਿਰਸਾ ਰਾਮ ਰਹੀਮ ਦੇ ਨਾਲ ਜੁੜੀ ਹੋਈ, ਕਿਉਂਕਿ ਅੱਜ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲੀ ਹੈ। 2.5 ਸਾਲਾਂ ਦੇ ਵਿੱਚ ਇਹ ਉਹਨਾਂ ਦੀ 7ਵੀਂ ਪੈਰੋਲ ਹੈ, ਜਿਸ ਤੋਂ ਬਾਅਦ ਹੁਣ ਸਿੱਖ ਜਗਤ ਦੇ ਵਿੱਚ ਗੁੱਸੇ ਦੀ ਲਹਿਰ ਹੈਗੀ, ਗੁੱਸਾ ਪ੍ਰਸ਼ਾਸਨ ਦੇ ਖਿਲਾਫ, ਸਰਕਾਰਾਂ ਦੇ ਖਿਲਾਫ, ਜਿਸ ਨੂੰ ਲੈ ਕੇ ਜਥੇਦਾਰ ਸਾਹਿਬ ਉਹਨਾਂ ਦਾ ਵੀ ਇੱਕ ਵੱਡਾ ਤੇ ਅਹਿਮ ਬਿਆਨ ਸਾਹਮਣੇ ਆਇਆ। ਕਿਵੇਂ ਦੇਖ ਰਹੇ ਹੋ ਇਸ ਪੈਰੋਲ ਨੂੰ, ਤੇ ਕਿਵੇਂ ਦੇਖ ਰਹੇ ਹੋ ਸਿੱਖ ਜਗਤ ਦੇ ਵਿੱਚ ਗੁੱਸੇ ਦੀ ਲਹਿਰ ਨੂੰ, ਤੇ ਬਿਆਨਾਂ ਨੂੰ ਕਿਵੇਂ ਦੇਖ ਰਹੇ ਹੋ ਜੋ ਕਿ ਜਥੇਦਾਰ ਸਾਹਿਬ ਵੱਲੋਂ ਆਏ ਨੇ? ਦੇਖੋ ਲਖਵਿੰਦਰ ਜੀ, ਇਹ ਹੈ ਤਾਂ ਬੜੀ ਦੁਖਦਾਈ ਗੱਲ। ਇੱਥੇ ਬੰਦੀ ਸਿੰਘਾਂ ਨੂੰ ਛਡਾਉਣ ਦਾ ਮੋਰਚਾ ਲੱਗਿਆ ਹੋਇਆ ਸੀ, ਕਿੰਨੀ ਉਹ ਗੱਲ ਹਾਈਲਾਈਟ ਕਰੀ ਗਈ। ਔਰ ਬਹੁਤ ਸਾਰੇ ਐਸੇ ਬੰਦੀ ਹੈਗੇ ਨੇ ਜਿਹੜੇ ਸਜ਼ਾਵਾਂ ਕੱਟ ਵੀ ਚੁੱਕੇ ਨੇ, ਪੂਰੀ ਹੋ ਚੁੱਕੀ ਹੈ ਉਹਨਾਂ ਦੀ, ਉਹਨਾਂ ਨੂੰ ਛੱਡਿਆ ਵੀ ਨਹੀਂ ਜਾ ਰਿਹਾ। ਜਾਂ ਪੈਰੋਲ ਇੱਕ ਦੇ ਨੂੰ ਕਿਸੇ ਨੂੰ ਮਿਲੀ ਸੀ ਪਿੱਛੇ। ਇੱਕ ਪਾਸੇ VIP ਜਿਹੜੇ ਮਤਲਬ ਪ੍ਰਿਜ਼ਨਰ ਨੇ, ਰਾਮ ਰਹੀਮ ਜੀ, ਤੁਸੀਂ ਉਹਨਾਂ ਨੂੰ ਵਾਰ-ਵਾਰ ਇਸ ਤਰ੍ਹਾਂ ਯਾਤਰਾਵਾਂ ਕਰਾ ਰਹੇ ਆ ਵੀ ਜਿਵੇਂ ਨਾਨਕੀ ਗਏ ਹੋਣ। ਇਹ ਗੱਲ ਆਪਣੇ ਆਪ ਦੇ ਵਿੱਚ ਸਰਕਾਰਾਂ ਦੇ ਉੱਪਰ ਤੇ ਉਹਨਾਂ ਦੇ ਇਨਸਾਫ ਦਾ ਜਿਹੜਾ ਤਰੀਕਾ ਹੈ ਉਹਦੇ ਉੱਪਰ ਸਵਾਲ ਖੜੇ ਕਰਦਾ।
ਪਰ ਜਥੇਦਾਰ ਦਾ ਕਹਿਣਾ ਵਾਜਬ ਹੀ ਹੈ ਬਿਲਕੁਲ ਕਿ ਤੁਸੀਂ ਇੱਕ ਤਰੀਕਾ ਰੱਖੋ ਨਾ। ਜਿਹੜਾ ਵੀ ਕੋਈ ਦੋਸ਼ੀ ਹੈ, ਜਿਹੜੇ ਕ੍ਰਾਈਮ ਦਾ ਕਿਸੇ ਦਾ ਦੋਸ਼ੀ ਹੈ, ਤਾਂ ਤੁਸੀਂ ਉਹਦੇ ਹਿਸਾਬ ਦੇ ਨਾਲ ਉਹਨੂੰ ਪੈਰੋਲ ਦੇ ਵੀ ਕੋਈ ਨਿਯਮ ਨੇ, ਕੋਈ ਏਦਾਂ ਦੀ ਗੱਲ ਨਹੀਂ ਹੈ। ਇੱਕ ਪਾਸੇ ਤੁਸੀਂ ਬਿਲਕੁਲ ਹੀ ਅੱਛਾ, ਫਿਰ ਜਿਹੜੇ VIP ਪ੍ਰਿਜ਼ਨਰ ਹੁੰਦੇ ਨੇ ਉਹਨਾਂ ਦੀ ਚਰਚਾ ਵੀ ਹੋਣੀ ਹੁੰਦੀ ਹੈ। ਇਹ ਸਾਡੀ ਟ੍ਰੈਜਡੀ ਇਹ ਹੈ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਵੋਟ ਬੈਂਕ ਨੂੰ ਦੇਖਦੇ ਨੇ ਕਿ ਕਿਸੇ ਡੇਰੇ ਦੀ ਵੋਟ ਕਿੰਨੀ ਹੈ, ਉਹਦੇ ਨਾਲ ਕਿੰਨਾ ਫਾਇਦਾ ਹੋਊ, ਕਿੰਨਾ ਨੁਕਸਾਨ ਹੋਊਗਾ। ਇਹ ਨਹੀਂ ਦੇਖਦੇ ਕਿ ਲੋਕਾਂ ਦੀਆਂ ਭਾਵਨਾਵਾਂ ਕਿੰਨੀਆਂ ਜੁੜੀਆਂ ਹੁੰਦੀਆਂ ਨੇ ਕਿਸੇ ਪਾਸੇ, ਔਰ ਉਹਦੇ ਚੋਂ ਕਿੰਨੀ ਜ਼ਿਆਦਾ ਗੁੱਸਾ, ਕਿੰਨਾ ਜ਼ਿਆਦਾ ਨਫ਼ਰਤ, ਕਿੰਨੀ ਫਰਸਟ੍ਰੇਸ਼ਨ, ਇਹ ਚੀਜ਼ਾਂ ਪੈਦਾ ਹੁੰਦੀਆਂ ਨੇ। ਇਹ ਮਤਲਬ ਮੇਰਾ ਖਿਆਲ ਹੈ ਵੀ ਪਤਾ ਨਹੀਂ ਜਾਣ-ਬੁੱਝ ਕੇ ਕਰ ਰਹੇ ਨੇ ਇਸ ਤਰੀਕੇ ਦੇ ਨਾਲ। ਇਹ ਅਜੀਬ ਗੱਲ ਲੱਗਦੀ ਹੈ ਆਪਣੇ ਆਪ ਦੇ ਵਿੱਚ ਵੀ ਇੱਕ ਪਾਸੇ ਤਾਂ ਤੁਸੀਂ ਬਿਲਕੁਲ ਹੀ ਬਹੁਤ ਮੁਲਾਇਮ ਹੱਥਾਂ ਦੇ ਨਾਲ ਡੀਲ ਕਰ ਰਹੇ ਹੋ ਕੁਛ ਕ੍ਰਿਮੀਨਲਸ, ਕੁਛ ਨੂੰ ਤੁਸੀਂ ਬਿਲਕੁਲ ਹੀ ਇਸ ਤਰ੍ਹਾਂ ਕਰ ਰਹੇ ਹੋ ਕਿ ਜਿਵੇਂ ਉਹ ਬੰਦੇ ਹੀ ਨਹੀਂ ਹੁੰਦੇ। ਮਤਲਬ ਹੁਣ ਉਹ ਭੁੱਲਰ ਦਾ ਜਿਹੜਾ ਕੇਸ ਹੈ ਉਹ ਦੱਸਦੇ ਨੇ ਵੀ ਮੈਂਟਲੀ ਠੀਕ ਨਹੀਂ ਹੈ, ਵੀ ਮਤਲਬ ਉਹਨਾਂ ਨੂੰ ਤੁਸੀਂ ਛੱਡ ਦਿਓ, ਚਲੋ ਉਹਨਾਂ ਨੇ ਗਲਤੀ ਕਰ ਲਈ, ਕ੍ਰਾਈਮ ਹੋ ਗਿਆ, ਪ੍ਰੂਵ ਹੋ ਗਿਆ, ਸਜ਼ਾ ਮਿਲ ਗਈ, ਸਜ਼ਾ ਕੱਟ ਲਈ। ਮਤਲਬ ਕੋਈ ਤਾਂ ਕਿਸੇ ਨਾ ਕਿਸੇ ਲੈਵਲ ਤੇ ਤਾਂ ਕੋਈ ਬੈਲੈਂਸ ਹੋਣਾ ਚਾਹੀਦਾ। ਸੋ ਇਸ ਕਰਕੇ ਪੰਥਕ ਹਲਕਿਆਂ 'ਚ ਗੁੱਸਾ ਹੋਣਾ, ਉਹਨੂੰ ਦਾ ਜਜ਼ਬਾਤੀ ਹੋ ਜਾਣਾ ਤੇ ਜਥੇਦਾਰ ਦਾ ਇਹ ਗੱਲ ਕਹਿਣੀ ਵਾਜਬ ਹੀ ਲੱਗਦੀ ਕਿ ਤੁਸੀਂ ਆਪ ਹੀ ਸ਼ਰਮ ਕਰੋ ਨਾ। ਲੱਕੜੀ ਹੈ ਜਿਹੜੀ ਇਨਸਾਫ ਦੀ, ਉਹ ਇੰਨੀ ਟਿਲਟਡ ਨਹੀਂ ਨਾ ਚਾਹੀਦੀ ਕਿ ਉਹ ਦਿਖਣਾ ਹੀ ਲੱਗ ਜਾਵੇ ਬਿਲਕੁਲ। ਚਲੋ ਥੋੜਾ ਮੋਟਾ ਕਈ ਵਾਰੀ ਹੋ ਜਾਂਦਾ 19-21 ਦਾ ਫਰਕ, ਕਿਤੇ ਮੈਂ ਕਹਿੰਦਾ ਜੇਲ੍ਹ ਸੁਪਰਡੈਂਟ ਦਾ ਜਾਂ ਹੋਰ ਦਾ। ਮਤਲਬ ਕੀ ਗਿੱਦੜ ਸਿੰਘੀ ਹੈ ਜਿਹੜੀ ਇੱਕ ਬੰਦੇ ਨੂੰ ਪਰੋਲ ਦੀ ਦੂਏ ਦਿਨ ਮਿਲ ਜਾਂਦੀ ਹੈ, ਦੂਜਿਆਂ ਨੂੰ ਮਿਲਦੀ ਹੋਈ ਨਹੀਂ ਹੈ। ਸੋ ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਹੈ ਵੀ ਜਿਹੜੇ ਵੀ ਕੋਈ ਫੈਸਲਾ ਲੈਣ ਵਾਲੇ ਲੋਕ ਨੇ, ਚਾਹੇ ਉਹ ਪੋਲੀਟੀਕਲ ਨੇ ਇਨਡਾਇਰੈਕਟਲੀ, ਚਾਹੇ ਉਹ ਡਾਇਰੈਕਟਲੀ ਐਡਮਿਨਿਸਟ੍ਰੇਸ਼ਨ 'ਚ ਉੱਥੇ ਬੈਠੇ ਨੇ, ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਚਾਹੀਦਾ ਇਸ ਚੀਜ਼ ਬਾਰੇ। ਯਾਰ ਇਹਦੇ ਸਿੱਟੇ ਚੰਗੇ ਨਹੀਂ ਨਿਕਲਦੇ ਹੁੰਦੇ ਕਦੇ ਵੀ। ਇੱਥੇ ਖਾਸ ਕਰਕੇ ਦੋ ਕਮਿਊਨਿਟੀਜ਼ ਇਨਵੋਲਵ ਹੋਣ, ਆਪਸ ਦੇ ਵਿੱਚ ਉਹਦੀ ਹੋਸਟਿਲਿਟੀ ਹੋਵੇ, ਤੁਸੀਂ ਵਾਰ-ਵਾਰ ਉਹਨੂੰ ਭੜਕਾ ਕੇ ਉਹਨੂੰ ਇਸ ਤਰੀਕੇ ਦੇ ਨਾਲ ਪੁਆਇੰਟ ਆਫ ਨੋ ਰਿਟਰਨ ਵੱਲ ਜਾਣ ਦੇ ਲਈ ਕਰ ਸਰ ਰਹੇ ਹੋ। ਇਹੀ ਗੱਲ ਅੱਜ ਜਥੇਦਾਰ ਸਾਹਿਬ ਕਹਿੰਦੇ ਨਜ਼ਰ ਆਏ ਨੇ ਵੀ ਸਿੱਖ ਜਗਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈਗਾ, ਉਹ ਵੀ ਜਥੇਦਾਰ ਸਾਹਿਬ ਵੀ ਇਹ ਕਹਿੰਦੇ ਨਜ਼ਰ ਆਏ ਨੇ ਜੀ। ਬਿਲਕੁਲ ਨਹੀਂ, ਇਹ ਕਾਨੂੰਨ ਦਾ ਮਜ਼ਾਕ ਉਡਾਇਆ ਜਾ ਰਿਹਾ, ਰੂਲ ਆਫ ਲਾਅ ਦਾ ਮਜ਼ਾਕ ਉਡਾਇਆ ਜਾ ਰਿਹਾ। ਇਕੱਲਾ ਸਿੱਖਾਂ ਦੀ ਗੱਲ ਨਹੀਂ ਹੈ, ਕੋਈ XYZ ਹੋਵੇ, ਤੁਸੀਂ ਇੱਕ ਕਿਸਮ ਦੇ ਸਿਸਟਮ ਰੱਖੋ। ਕੋਈ ਕਿਸੇ ਤਬਕੇ ਦਾ ਹੋਵੇ, ਕੋਈ ਲੀਡਰ ਹੋਵੇ, ਕੋਈ ਸੰਤ ਹੋਵੇ, ਕੋਈ ਜਿਹੜੇ ਕ੍ਰਾਈਮ ਕਰ ਲਿਆ, ਕ੍ਰਾਈਮ ਪ੍ਰੂਵ ਹੋ ਗਿਆ, ਸਜ਼ਾ ਮਿਲ ਗਈ, ਤੁਸੀਂ ਉਹਨਾਂ ਨੂੰ ਇਕੁਅਲੀ ਟਰੀਟ ਕਰੋ। ਇਹ ਕਿਉਂਕਿ ਜੇ ਕੋਈ ਬੰਦਾ ਮਤਲਬ ਕਿਸੇ ਇੱਕ ਤਬਕੇ ਦਾ, ਇੱਕ ਫਿਰਕੇ ਦਾ, ਜਾਂ ਇੱਕ ਕਮਿਊਨਿਟੀ ਦਾ, ਜਾਂ ਕਿਸੇ ਦੇ ਪਿੱਛੇ ਤੁਹਾਡੀਆਂ 4 ਵੋਟਾਂ ਬਣਦੀਆਂ ਨੇ ਜਾਂ ਟੁੱਟਦੀਆਂ ਨੇ, ਇਸ ਤਰ੍ਹਾਂ ਨਹੀਂ ਨਾ ਫੈਸਲੇ ਹੋਣੇ ਚਾਹੀਦੇ। ਪਰ ਇਸ ਤਰ੍ਹਾਂ ਹੋ ਰਹੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਸੋ ਨਾਲ ਸਰ ਚਰਚਾਵਾਂ ਇਹ ਵੀ ਛਿੜੀਆਂ ਨੇ ਵੀ ਸਿਰਫ ਜਨਮ ਦਿਨ ਮਨਾਉਣ ਵਾਸਤੇ, ਕਿਉਂਕਿ ਬਹੁਤ ਵੱਡਾ ਕੋਈ ਕੌਜ਼ ਨਹੀਂ ਦਿੱਤਾ ਗਿਆ। ਜਨਮ ਦਿਨ ਆ ਕਹਿੰਦੇ ਸਿਰਸੇ ਵਾਲੇ ਬਾਬੇ ਦਾ, ਰਾਮ ਰਹੀਮ ਦਾ, ਉਹ ਹੁਣ ਜਨਮ ਦਿਨ ਬਾਹਰ ਮਨਾਉਣਗੇ, ਉਸ ਤੋਂ ਬਾਅਦ ਵਾਪਸ ਜੇਲ੍ਹ ਜਾਣਗੇ। ਚਰਚਾਵਾਂ ਇਹ ਵੀ ਛਿੜੀਆਂ ਨੇਗੀਆਂ। ਸੋ ਤੁਸੀਂ ਡਾਕਟਰ ਸਾਹਿਬ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।